Hello student, welcome back to my YouTube channel. So let's start next topic of chapter number 11, that is defect of eyes. So ਬੱਚੇ ਸਾਡੀ ਆਈਜ਼ ਦੇ ਵਿੱਚ ਬਹੁਤ ਸਾਰੇ ਡਿਫੈਕਟਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ। ਤੁਸੀਂ ਦੇਖਿਆ ਹੋਏਗਾ ਕਿ ਕੁਝ ਸਟੂਡੈਂਟਸ ਦੇ ਜਾਂ ਕੁਝ ਪੇਰੈਂਟਸ ਦੇ ਜਾਂ ਸਾਡੇ ਬਜ਼ੁਰਗਾਂ ਦੇ ਜਿਹੜੀ ਐਨਕ ਲੱਗੀ ਹੁੰਦੀ ਆ। ਸੋ ਐਨਕ ਕਿਉਂ ਲੱਗੀ ਹੁੰਦੀ ਆ ਅੱਜ ਅਸੀਂ ਉਹਦੇ ਬਾਰੇ ਪੜ੍ਹਾਂਗੇ। ਸੋ ਧਿਆਨ ਨਾਲ ਦੇਖੋ, ਸਮਟਾਈਮ ਦਾ ਆਈ ਮੇ ਗ੍ਰੈਜੂਅਲੀ ਲੌਸ ਦੇਅਰ ਪਾਵਰ ਆਫ ਅਕਮੋਡੇਸ਼ਨ। ਸੋ ਸਮਟਾਈਮ ਜਿਹੜੀ ਪਾਵਰ ਆਫ ਅਕਮੋਡੇਸ਼ਨ ਨੂੰ ਖੋ ਦਿੰਦੀ ਆ ਸਾਡੀ ਆਈ। ਸੋ ਅਕਮੋਡੇਸ਼ਨ ਕੀ ਸੀ ਬੱਚੇ, ਅਸੀਂ ਲਾਸਟ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਅਕਮੋਡੇਸ਼ਨ ਦਾ ਮਤਲਬ ਹੁੰਦਾ ਆ ਜਿਹੜਾ ਲੈਂਸ ਨੂੰ ਦੀ ਫੋਕਲ ਲੈਂਥ ਘਟਾਉਣ ਜਾਂ ਵਧਾਉਣ ਦੀ ਜਿਹੜੀ ਕਪੈਸਿਟੀ ਹੁੰਦੀ ਆ ਉਹਨੂੰ ਅਕਮੋਡੇਸ਼ਨ ਬੋਲ ਦਿੰਦੇ ਆ, ਠੀਕ ਆ। ਸੋ ਉਹਦੀ ਕਪੈਸਿਟੀ ਜਿਹੜਾ ਆ ਉਹ ਖੋ ਦਿੰਦੀ ਆ ਸਾਡੀ ਆਈ। ਇਨ ਸੱਚ ਕੰਡੀਸ਼ਨਸ, ਇੱਦਾਂ ਦੀ ਕੰਡੀਸ਼ਨਸ, ਅ ਪਰਸਨ ਕੈਨ ਨਾਟ ਸੀ ਦਾ ਆਬਜੈਕਟ ਕਲੀਅਰਲੀ ਐਂਡ ਕੰਫਰਟੇਬਲੀ। ਤਾਂ ਇਸ ਕੇਸ ਦੇ ਵਿੱਚ ਕੋਈ ਵੀ ਪਰਸਨ, ਚਾਹੇ ਉਹ ਬੱਚਾ ਹੋਵੇ, ਚਾਹੇ ਅਡਲਟ ਹੋਵੇ, ਚਾਹੇ ਬਜ਼ੁਰਗ ਹੋਣ, ਤਾਂ ਉਹ ਕਿਸੇ ਵੀ ਚੀਜ਼ ਨੂੰ ਕਲੀਅਰਲੀ ਨਹੀਂ ਦੇਖ ਪਾਉਂਦੇ। ਦਿਸ ਵਿਜ਼ਨ ਬਿਕਮਸ ਬਲਰਡ ਡਿਊ ਟੂ ਦਾ ਰਿਫਰੈਕਟਿਵ ਡਿਫੈਕਟ ਆਫ ਆਈ। ਸੋ ਤੁਹਾਨੂੰ ਚੀਜ਼ਾਂ ਜਿਹੜੀਆਂ ਆ ਧੁੰਦਲੀਆਂ ਦਿਖਾਈ ਦੇਣੀਆਂ ਸਟਾਰਟ ਹੋ ਜਾਂਦੀਆਂ ਆ, ਬਲਰ ਦਿਖਾਈ ਦੇਣੀਆਂ ਸਟਾਰਟ ਹੋ ਜਾਂਦੀਆਂ। ਦੇਅਰ ਆਰ ਮੇਨਲੀ 3 ਕਾਮਨ ਰਿਫਰੈਕਟਿਵ ਡਿਫੈਕਟ ਆਫ ਆਈਜ਼। ਸੋ ਸਾਡੀ ਅੱਖ ਦੇ ਵਿੱਚ ਬੱਚੇ ਬੇਸਿਕਲੀ 3 ਤਰ੍ਹਾਂ ਦੇ ਡਿਫੈਕਟ ਹੋ ਸਕਦੇ ਆ। ਨੰਬਰ 1 ਇਜ਼ ਮਾਇਓਪੀਆ। ਮਾਇਓਪੀਆ ਨੂੰ ਨੀਅਰ ਸਾਈਡਡਨੈਸ ਵੀ ਬੋਲਿਆ ਜਾਂਦਾ ਹੈ, ਜਿਹਨੂੰ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸੈਕਿੰਡ ਵਨ ਇਜ਼ ਹਾਈਪਰਮੈਟਰੋਪੀਆ, ਜਿਹਨੂੰ ਫੋਰ ਸਾਈਡਡਨੈਸ ਵੀ ਬੋਲਿਆ ਜਾਂਦਾ। ਐਂਡ ਲਾਸਟ ਵਨ ਇਜ਼ ਪ੍ਰੈਸਬਾਇਓਪੀਆ, ਠੀਕ ਹੈ। ਸੋ ਇਹਨਾਂ ਡਿਫੈਕਟਸ ਨੂੰ ਅਸੀਂ ਲੈਂਸ ਦੇ ਥਰੂ ਜਿਹੜਾ ਆ ਡਿਫੈਕਟ ਨੂੰ ਕਵਰ ਕਰ ਸਕਦੇ ਹਾਂ, ਕਰੈਕਟ ਕਰ ਸਕਦੇ ਹਾਂ। ਸੋ ਲੈਟਸ ਸਟਾਰਟ ਵਨ ਬਾਏ ਵਨ, ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸੋ ਨੰਬਰ 1 ਇਜ਼ ਨੀਅਰ ਸਾਈਡਡਨੈਸ ਔਰ ਮਾਇਓਪੀਆ। ਹੁਣ ਬੱਚੇ ਮਾਇਓਪੀਆ ਕੀ ਚੀਜ਼ ਆ ਜਾਂ ਨੀਅਰ ਸਾਈਡਡਨੈਸ ਕੀ ਚੀਜ਼ ਆ। ਅ ਪਰਸਨ ਸਫਰਿੰਗ ਫਰੋਮ ਮਾਇਓਪੀਆ ਕੈਨ ਸੀ ਨੀਅਰ ਆਬਜੈਕਟ ਕਲੀਅਰਲੀ। ਇਹਦਾ ਮਤਲਬ ਤੁਹਾਨੂੰ ਨਜ਼ਦੀਕ ਦੀ ਪਈ ਹੋਈ ਚੀਜ਼ ਬਿਲਕੁਲ ਸਾਫ਼ ਦਿਖਾਈ ਦੇਊਗੀ। ਇਹਦਾ ਮਤਲਬ ਜਿੱਦਾਂ ਤੁਸੀਂ ਪੜ੍ਹ ਰਹੇ ਆ, ਤੁਹਾਡੀ ਬੁੱਕ ਤੁਹਾਡੇ ਸਾਹਮਣੇ ਆ, ਤੁਹਾਡੀ ਫੋਨ ਦੀ ਸਕਰੀਨ ਤੁਹਾਡੇ ਅੱਖਾਂ ਦੇ ਸਾਹਮਣੇ ਆ, ਇਹਦਾ ਮਤਲਬ ਤੁਸੀਂ ਉਹ ਬਹੁਤ ਕਲੀਅਰਲੀ ਦੇਖ ਪਾ ਰਹੇ ਆ। ਬਟ ਕੈਨੋਟ ਸੀ ਦਾ ਆਬਜੈਕਟ ਬਿਯੋਂਡ ਅ ਸਰਟਨ ਡਿਸਟੈਂਸ। ਪਰ ਇੱਕ ਸਰਟਨ ਡਿਸਟੈਂਸ ਦੇ ਉੱਪਰ ਤੁਹਾਨੂੰ ਚੀਜ਼ ਦਿਖਾਈ ਨਹੀਂ ਦੇ ਰਹੀ। ਫੋਰ ਐਗਜ਼ਾਮਪਲ, ਕਲਾਸ ਦੇ ਵਿੱਚ ਟੀਚਰ ਪੜ੍ਹਾ ਰਿਹਾ ਆ ਬਲੈਕ ਬੋਰਡ ਦੇ ਉੱਪਰ, ਤੁਸੀਂ ਆਪਣੀ ਕਾਪੀ 'ਤੇ ਤਾਂ ਈਜ਼ੀਲੀ ਲਿਖ ਪਾ ਰਹੇ ਆ, ਬਟ ਜਦ ਬਲੈਕ ਬੋਰਡ 'ਤੇ ਲਿਖੀ ਹੋਈ ਚੀਜ਼ ਜਿਹੜੀ ਆ ਤੁਹਾਨੂੰ ਅੱਛੀ ਤਰੀਕੇ ਨਾਲ ਕਲੀਅਰ ਨਹੀਂ ਹੋ ਪਾ ਰਹੀ, ਉਹ ਨਹੀਂ ਦਿਖ ਰਹੀ, ਠੀਕ ਹੈ। ਇਸੇ ਤਰ੍ਹਾਂ ਦੂਰ ਖੜ੍ਹੇ ਹੋਏ ਬੰਦੇ ਜਾਂ ਦੂਰ ਪਈਆਂ ਹੋਈਆਂ ਬਿਲਡਿੰਗਸ, ਟਰੀਜ਼ ਜਿਹੜੇ ਆ ਤੁਹਾਨੂੰ ਕਲੀਅਰਲੀ ਦਿਖਾਈ ਨਹੀਂ ਦਿੰਦੇ। ਸੋ ਨੀਅਰ ਸਾਈਡਡਨੈਸ ਜਾਂ ਮਾਇਓਪੀਆ ਬੱਚੇ ਕਲੀਅਰ ਹੋ ਗਿਆ। ਨਜ਼ਦੀਕ ਵਾਲੀ ਚੀਜ਼ ਤਾਂ ਤੁਹਾਨੂੰ ਕਲੀਅਰਲੀ ਦਿਖਾਈ ਦਿੰਦੀ ਆ, ਪਰ ਦੂਰ ਵਾਲੀ ਚੀਜ਼ ਤੁਹਾਨੂੰ ਕਲੀਅਰਲੀ ਦਿਖਾਈ ਨਹੀਂ ਦਿੰਦੀ। ਸੱਚ ਅ ਪਰਸਨ may see clearly up to a certain distance of a few meters. In a myopia eye, the image of the distinct object is formed in front of retina. ਇਹਦਾ ਮਤਲਬ ਰੈਟੀਨਾ ਤੋਂ ਪਹਿਲਾਂ ਹੀ ਜਿਹੜੀ ਆ ਤੁਹਾਡੀ ਇਮੇਜ ਬਣ ਜਾਂਦੀ ਆ, ਰੈਟੀਨਾ ਦੇ ਬਿਲਕੁਲ ਉੱਪਰ ਨਹੀਂ ਬਣਦੀ, ਜਿਹਦੀ ਵਜ੍ਹਾ ਨਾਲ ਪ੍ਰੋਬਲਮ ਆਉਂਦੀ, ਆਪਣੇ ਆਪ ਜਿਹੜੀ ਆ ਇਮੇਜ ਨਹੀਂ ਬਣ ਪਾਉਂਦੀ। ਸੋ ਇਹਨੂੰ ਬੱਚੇ ਡਿਫੈਕਟ ਨੂੰ ਅਸੀਂ ਦੂਰ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਦਿਸ ਡਿਫੈਕਟ ਅਕਰ ਵੈਨ, ਠੀਕ ਹੈ। ਇਹ ਡਿਫੈਕਟ ਕਦੋਂ ਅਕਰ ਕਰੇਗਾ? ਦਿਸ ਡਿਫੈਕਟ ਅਕਰ ਵੈਨ ਨੰਬਰ 1 ਦਾ ਆਈਬॉल ਬਿਕਮਸ ਲੋਂਗਰ ਦੈਨ ਇਟਸ ਨੋਰਮਲ ਸਾਈਜ਼। ਸਾਡੇ ਬੱਚੇ ਅੱਖ ਦੇ ਅੰਦਰ ਇੱਕ ਵਾਈਟ ਕਲਰ ਦਾ ਬॉल ਹੁੰਦੀ ਆ, ਠੀਕ ਹੈ। ਉਹ ਵਾਲੀ ਜਿਹੜੀ ਬॉल ਆ ਉਹ ਲੋਂਗਰ, ਮਤਲਬ ਕਿ ਉਹ ਲੰਬੀ ਹੋ ਜਾਂਦੀ ਆ ਨੋਰਮਲ ਸਾਈਜ਼ ਦੇ ਨਾਲੋਂ, ਮਤਲਬ ਉਹਦਾ ਸਾਈਜ਼ ਵੱਧ ਜਾਂਦਾ। ਜਾਂ ਫਿਰ ਸੈਕਿੰਡ ਰੀਜ਼ਨ ਕੀ ਆ? ਫੋਕਲ ਲੈਂਥ ਆਫ ਆਈ ਲੈਂਸ, ਜਿਹੜੀ ਫੋਕਲ ਲੈਂਥ ਆ ਸਾਡੀ ਅੱਖ ਦੇ ਲੈਂਸ ਦਾ ਉਹ ਸਮੋਲਰ, ਛੋਟਾ ਹੋ ਜਾਂਦਾ ਹੈ ਦੈਨ ਦਾ ਨੋਰਮਲ ਫੋਕਲ ਲੈਂਥ ਨਾਲੋਂ, ਠੀਕ ਹੈ। ਸੋ ਇਹ 2 ਰੀਜ਼ਨ ਆ ਜਿਹਦੀ ਵਜ੍ਹਾ ਨਾਲ ਮਾਇਓਪੀਆ ਸਾਡੀ ਅੱਖ ਦੇ ਵਿੱਚ ਪ੍ਰੋਬਲਮ ਆ ਸਕਦੀ ਆ। ਸੋ ਆਪਾਂ ਡਾਇਗਰਾਮ ਡਿਸਕਸ ਕਰਦੇ ਹਾਂ। ਹੁਣ ਧਿਆਨ ਨਾਲ ਦੇਖੋ, ਰੇਜ਼ ਆਫ ਲਾਈਟ ਇਨਫਿਨਿਟੀ ਤੋਂ ਆ ਰਹੀਆਂ ਇਸ ਤਰੀਕੇ ਨਾਲ। ਆਹ ਤੁਹਾਡੀ ਅੱਖ ਦਾ ਲੈਂਸ ਆ ਜਿਹੜਾ ਕਿ ਕਨਵੈਕਸ ਲੈਂਸ ਹੁੰਦਾ। ਸੋ ਪਹਿਲਾਂ ਹੀ ਜਿਹੜੀਆਂ ਰੇਜ਼ ਆਫ ਲਾਈਟ ਆ ਪਹਿਲਾਂ ਹੀ ਅਕਰ ਕਰ ਗਈਆਂ। ਬਣਨੀ ਕਿੱਥੇ ਚਾਹੀਦੀ ਸੀ? ਰੈਟੀਨਾ ਦੇ ਉੱਪਰ, ਪਰ ਪਹਿਲਾਂ ਹੀ ਬਣ ਗਈ ਸੀ। ਇੱਥੇ ਲਿਖ ਦਿੱਤਾ ਇਮੇਜ ਫੋਰਮਡ ਇਨ ਫਰੰਟ ਆਫ ਰੈਟੀਨਾ। ਰੈਟੀਨਾ ਤੋਂ ਪਹਿਲਾਂ ਹੀ ਤੁਹਾਡੀ ਇਮੇਜ ਬਣ ਗਈ। ਇਹਦਾ ਮਤਲਬ ਇੱਥੇ ਜਾ ਕੇ ਤੁਹਾਨੂੰ ਧੁੰਦਲਾ ਦਿਖਾਈ ਦੇਗਾ। ਨਜ਼ਦੀਕ ਵਾਲੀ ਚੀਜ਼ ਦੇਖਣ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਜਦੋਂ ਤੁਸੀਂ ਦੂਰ ਵਾਲੀ ਚੀਜ਼ ਦੇਖੋਗੇ ਤਾਂ ਜਿਹੜੀ ਇਮੇਜ ਆ ਤੁਹਾਡੀ ਪਹਿਲਾਂ ਹੀ ਬਣ ਜਾਏਗੀ ਰੈਟੀਨਾ ਤੋਂ, ਇਸ ਕਰਕੇ ਤੁਹਾਨੂੰ ਦਿੱਕਤ ਆਏਗੀ ਦੇਖਣ ਦੇ ਵਿੱਚ। ਅਸੀਂ ਹੁਣ ਕੀ ਕਰਨਾ, ਇੱਕ ਇੱਦਾਂ ਦਾ ਲੈਂਸ ਲਵਾਂਗੇ ਜਿਹੜਾ ਰੇਜ਼ ਆਫ ਲਾਈਟ ਨੂੰ ਖਿਲਾਰ ਕੇ ਦੂਰ ਤੱਕ ਪਹੁੰਚਾ ਸਕੇ। ਕਿਉਂਕਿ ਬੱਚੇ ਧਿਆਨ ਦਿਓ, ਡਾਇਗਰਾਮ ਕੀ ਸੀ ਕਿ ਤੁਹਾਡੀ ਜਿਹੜੀ ਰੇਜ਼ ਆਫ ਲਾਈਟ ਆ ਉਹ ਬਿਲਕੁਲ ਪਹਿਲਾਂ ਬਣ ਰਹੀ ਸੀ। ਸੋ ਸਾਨੂੰ ਇੱਦਾਂ ਦਾ ਇੱਕ ਲੈਂਸ ਚਾਹੀਦਾ ਜਿਹੜਾ ਰੇਜ਼ ਆਫ ਲਾਈਟ ਨੂੰ
ਪਿੱਛੇ ਤੱਕ ਲੈ ਕੇ ਜਾ ਸਕੇ। ਸੋ ਅਸੀਂ ਕੀ ਕਰਾਂਗੇ, ਇੱਥੇ ਕੀ ਲਗਾਤਾ, ਕਨਕੇਵ ਲੈਂਸ। ਕਨਕੇਵ ਲੈਂਸ ਕੀ ਕਰਦਾ ਬੱਚੇ, ਰੇਜ਼ ਆਫ ਲਾਈਟ ਨੂੰ ਖਿਲਾਰ ਦਿੰਦਾ ਬਾਹਰ ਵਾਲੇ ਪਾਸੇ ਨੂੰ, ਠੀਕ ਆ। ਇਹਦਾ ਮਤਲਬ ਇੱਥੋਂ ਜਿਹੜਾ ਕਨਵਰਜ ਕਰਨ ਦੀ ਪਾਵਰ ਇੱਥੇ ਤੱਕ ਚਲੇ ਜਾਏਗੀ। ਸੋ ਬਿਲਕੁਲ ਰੈਟੀਨਾ ਦੇ ਉੱਪਰ ਜਾ ਕੇ ਤੁਹਾਡੀ ਇਮੇਜ ਬਣ ਜਾਏਗੀ। ਸੋ ਆਹ ਡਾਇਗਰਾਮ ਅਗਰ ਤੁਸੀਂ ਨਹੀਂ ਬਣਾਉਣਾ ਚਾਹੁੰਦੇ ਤਾਂ ਛੱਡ ਵੀ ਸਕਦੇ ਹਾਂ। ਆਹ ਵਾਲੀ ਡਾਇਗਰਾਮ ਬਣਾਉਣ ਤੋਂ ਬਾਅਦ ਡਾਇਰੈਕਟ ਆਹ ਵਾਲੀ ਡਾਇਗਰਾਮ ਬਣਾ ਸਕਦੇ ਹਾਂ ਕਿ ਪਹਿਲਾਂ ਤੁਹਾਡੀ ਇਮੇਜ ਰੈਟੀਨਾ ਤੋਂ ਪਹਿਲਾਂ ਬਣਦੀ ਆ, ਜਦੋਂ ਤੁਸੀਂ ਕਨਵੈਕਸ ਲੈਂਸ ਅਪਲਾਈ ਕਰ ਦਿੱਤਾ, ਕਨਕੇਵ ਲੈਂਸ ਅਪਲਾਈ ਕਰ ਦਿੱਤਾ, ਦੈਨ ਉਹ ਰੇਜ਼ ਆਫ ਲਾਈਟ ਨੂੰ ਡਾਈਵਰਜ ਕਰ ਦਿੰਦਾ, ਥੋੜ੍ਹਾ ਜਿਹਾ ਖਿਲਾਰ ਦਿੰਦਾ। ਜਿੱਦਾਂ ਹੀ ਖਿਲਾਰੇਗਾ ਤਾਂ ਤੁਹਾਡਾ ਰੈਟੀਨਾ ਦੇ ਉੱਪਰ ਇਮੇਜ ਬਣ ਜਾਏਗੀ, ਆਈ ਇਮੇਜ ਰੈਟੀਨਾ ਦੇ ਬਿਲਕੁਲ ਉੱਪਰ ਬਣ ਜਾਏਗੀ। ਨੈਕਸਟ ਦੇਖੋ ਅਸੀਂ ਇਹਨੂੰ ਕਿਸ ਤਰੀਕੇ ਨਾਲ ਕਰੈਕਟ ਕਰ ਸਕਦੇ ਹਾਂ। ਅਸੀਂ ਹੁਣੇ ਡਾਇਗਰਾਮ ਦੇ ਥਰੂ ਪੜ੍ਹ ਕੇ ਹਟਿਆ ਕਿ ਅਗਰ ਅਸੀਂ ਕਨਕੇਵ ਲੈਂਸ ਯੂਜ਼ ਕਰਦੇ ਹਾਂ ਤਾਂ ਉਹਦੀ ਫੋਕਲ ਲੈਂਥ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਦਿਸ ਡਿਫੈਕਟ ਕੈਨ ਕਰੈਕਟ ਬਾਈ ਯੂਜ਼ਿੰਗ ਕਨਕੇਵ ਲੈਂਸ ਆਫ ਐਪਰੋਪਰੀਏਟ ਫੋਕਲ ਲੈਂਥ। ਅਗਰ ਤੁਸੀਂ ਕਨਕੇਵ ਲੈਂਸ ਯੂਜ਼ ਕਰਦੇ ਆ ਜਿਹਦੀ ਫੋਕਲ ਲੈਂਥ ਬਿਲਕੁਲ ਸਹੀ ਹੋਏਗੀ, ਐਪਰੋਪਰੀਏਟ ਹੋਏਗੀ, ਉਹ ਵਾਲਾ ਲੈਂਸ ਯੂਜ਼ ਕਰੋਗੇ ਤਾਂ ਮਾਇਓਪੀਆ ਦੀ ਜੋ ਪ੍ਰੋਬਲਮ ਹੋਏਗੀ ਉਹ ਦੂਰ ਹੋ ਜਾਏਗੀ। ਕਨਕੇਵ ਲੈਂਸ forms the image of a distinct object at a far point P। ਜਿਹੜਾ ਪੁਆਇੰਟ ਦੂਰ ਪਿਆ ਸੀ ਉਹਨੂੰ ਤੁਹਾਡੇ ਰੈਟੀਨਾ ਦੇ ਉੱਪਰ ਬਿਲਕੁਲ ਸਹੀ ਤਰੀਕੇ ਨਾਲ ਬਣਾ ਦਿੰਦਾ। This forms the image of the object on the retina itself। ਜਿਹੜਾ ਕਿ ਰੈਟੀਨਾ ਦੇ ਉੱਪਰ ਬਿਲਕੁਲ ਸਹੀ ਇਮੇਜ ਬਣਾ ਦੇਗਾ। The focal length of diverging lens is equal to the distance of a far point P of a myopic person। ਕਲੀਅਰ ਹੋ ਗਿਆ ਬੱਚੇ, ਇਹ ਸਾਡਾ ਮਾਇਓਪੀਆ ਦਾ ਕਹਿ ਲਓ ਪੂਰਾ ਆਰਟੀਕਲ ਸੀ। ਸੋ ਧਿਆਨ ਨਾਲ ਦੇਖਣਾ ਆ, ਮਾਇਓਪੀਆ ਦੇ ਵਿੱਚ ਬੱਚੇ ਕੀ ਸੀ, ਸਭ ਤੋਂ ਪਹਿਲਾਂ ਕੀ ਆ, ਤੁਹਾਨੂੰ ਨਜ਼ਦੀਕ ਦੀ ਚੀਜ਼ ਕਲੀਅਰਲੀ ਦਿਖਦੀ ਆ ਪਰ ਦੂਰ ਵਾਲੀ ਚੀਜ਼ ਕਲੀਅਰ ਨਹੀਂ ਦਿਖਦੀ। ਸੈਕਿੰਡ ਅਸੀਂ ਕੀ ਪੜ੍ਹਿਆ ਸੀ, ਇਹਦੇ ਕਾਰਨ ਕੀ ਹੋ ਸਕਦੇ ਆ, ਜਿਹੜੀ ਆਈ ਬਾਲ ਆ ਉਹ ਲੌਂਗਰ ਹੋ ਜਾਂਦੀ ਆ ਜਾਂ ਫਿਰ ਫੋਕਲ ਲੈਂਥ ਛੋਟੀ ਹੋ ਜਾਂਦੀ ਆ। ਨੈਕਸਟ ਅਸੀਂ ਕੀ ਪੜ੍ਹਿਆ ਕਿ ਇਹਨੂੰ ਕਵਰ ਕਰਨ ਲਈ, ਇਹਨੂੰ ਠੀਕ ਕਰਨ ਦੇ ਲਈ ਅਸੀਂ ਕਿਹੜਾ ਲੈਂਸ ਯੂਜ਼ ਕਰਦੇ ਹਾਂ, ਕਨਕੇਵ ਲੈਂਸ, ਠੀਕ ਆ। ਸੋ ਕਨਕੇਵ ਲੈਂਸ ਇੱਦਾਂ ਦਾ ਲੈਂਸ ਆ ਜਿਹੜੀ ਫੋਕਲ ਲੈਂਥ ਐਪਰੋਪਰੀਏਟ ਫੋਕਲ ਲੈਂਥ ਅਸੀਂ ਯੂਜ਼ ਕਰਦੇ ਹਾਂ ਅਤੇ ਆਟੋਮੈਟਿਕਲੀ ਰੈਟੀਨਾ ਦੇ ਉੱਪਰ ਤੁਹਾਡੀ ਇਮੇਜ ਬਣ ਜਾਂਦੀ ਆ। ਕਲੀਅਰ ਹੋ ਗਿਆ ਬੱਚੇ ਫਸਟ ਡਿਫੈਕਟ। ਸੈਕਿੰਡ ਡਿਫੈਕਟ ਅਸੀਂ ਪੜ੍ਹਨ ਜਾ ਰਹੇ ਹਾਂ ਹਾਈਪਰਮੈਟਰੋਪੀਆ। ਹੁਣ ਹਾਈਪਰਮੈਟਰੋਪੀਆ ਕੀ ਆ, ਜਿਹਨੂੰ ਅਸੀਂ ਬੋਲਦੇ ਹਾਂ ਲੌਂਗ ਸਾਈਡਡਨੈਸ ਜਾਂ ਫਿਰ ਫੋਰ ਸਾਈਡਡਨੈਸ, ਠੀਕ ਹੈ। ਦਿਸ ਡਿਫੈਕਟ ਅ ਪਰਸਨ ਕੈਨ ਸੀ ਡਿਸਟਿੰਕਟ ਆਬਜੈਕਟ ਕਲੀਅਰਲੀ। ਇਹਦਾ ਮਤਲਬ ਦੂਰ ਵਾਲੀ ਚੀਜ਼ ਜਿਹੜੀ ਆ ਕਲੀਅਰਲੀ ਦਿਖਾਈ ਦਿੰਦੀ ਆ ਬਟ ਕੈਨੋਟ ਸੀ ਆਬਜੈਕਟ ਕਲੀਅਰਲੀ। ਪਰ ਨੀਚੇ ਵਾਲੀ ਜਿਹੜੀ ਨੇੜੇ ਵਾਲੀ ਚੀਜ਼ ਆ ਉਹ ਕਲੀਅਰਲੀ ਦਿਖਾਈ ਤੁਹਾਨੂੰ ਨਹੀਂ ਦਿੰਦੀ। ਇਹਦਾ ਮਤਲਬ ਦੂਰ ਵਾਲੀ ਚੀਜ਼, ਦੂਰ ਪਈ ਹੋਈ ਬਿਲਡਿੰਗ, ਜਿਹੜੇ ਦਰਖਤ ਆ ਉਹ ਤੁਹਾਨੂੰ ਕਲੀਅਰਲੀ ਦਿਖਾਈ ਦਿੰਦੇ ਆ, ਪਰ ਨੇੜੇ ਪਈ ਹੋਈ ਚੀਜ਼, ਫੋਰ ਐਗਜ਼ਾਮਪਲ ਜਿੱਦਾਂ ਤੁਹਾਡੀ ਕਾਪੀ ਆ, ਕਾਪੀ 'ਤੇ ਲਿਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਲੀਅਰ ਦਿਖਾਈ ਨਹੀਂ ਦਿੰਦੀਆਂ। ਸੋ ਇਹਦਾ ਕਾਰਨ ਕੀ ਹੋ ਸਕਦਾ ਬੱਚੇ, ਮਾਇਓਪੀਆ ਦੇ ਵਿੱਚ ਕੀ ਸੀ, ਆਈ ਬਾਲ ਲੌਂਗਰ ਹੋ ਜਾਂਦੀ ਆ। ਹਾਈਪਰਮੈਟਰੋਪੀਆ 'ਚ ਕੀ ਹੁੰਦਾ, ਆਈ ਬਾਲ ਸਮੌਲ ਹੋ ਜਾਂਦੀ ਆ। ਮਾਇਓਪੀਆ ਦੇ ਵਿੱਚ ਕੀ ਸੀ, ਫੋਕਲ ਲੈਂਥ ਜਿਹੜੀ ਆ ਸਮੌਲ ਹੋ ਜਾਂਦੀ ਆ, ਬਟ ਹਾਈਪਰਮੈਟਰੋਪੀਆ ਦੇ ਵਿੱਚ ਫੋਕਲ ਲੈਂਥ ਲਾਰਜ ਮਤਲਬ ਕਿ ਵੱਡੀ ਹੋ ਜਾਂਦੀ ਆ। ਕਲੀਅਰ ਹੋ ਗਿਆ। ਸੋ ਇਹਦੇ ਵਿੱਚ ਅਸੀਂ ਕੀ ਕਰਾਂਗੇ, ਕਨਵੈਕਸ ਲੈਂਸ ਯੂਜ਼ ਕਰਾਂਗੇ ਉਹਨੂੰ ਦੂਰ ਕਰਨ ਦੇ ਲਈ। ਜੋ ਵੀ ਪ੍ਰੋਬਲਮ ਆਈ ਆਈਜ਼ ਦੇ ਵਿੱਚ, ਜੋ ਡਿਫੈਕਟ ਆਇਆ ਉਹਨੂੰ ਦੂਰ ਕਰਨ ਦੇ ਲਈ ਅਸੀਂ ਕਨਵੈਕਸ ਲੈਂਸ ਯੂਜ਼ ਕਰਦੇ ਹਾਂ। ਸੋ ਆਪਾਂ ਡਾਇਗਰਾਮ ਦੇ ਥਰੂ ਸਮਝਦੇ ਹਾਂ। ਸਭ ਤੋਂ ਪਹਿਲਾਂ ਦੇਖੋ ਫਸਟ ਦੇ ਵਿੱਚ ਕੀ ਆ, ਤੁਹਾਡੀ ਨੋਰਮਲ ਡਿਸਟੈਂਸ 25 ਸੈਂਟੀਮੀਟਰ ਆ। 25 ਸੈਂਟੀਮੀਟਰ ਕਿਉਂ ਲਈ ਬੱਚੇ, ਕਿਉਂਕਿ ਆਪਾਂ ਨੇੜੇ ਵਾਲਾ ਪ੍ਰੋਬਲਮ ਡਿਸਕਸ ਕਰਨ ਲੱਗਿਆ। ਸੋ ਡਿਸਟਿੰਕਟ ਆਬਜੈਕਟ ਜਿਹੜਾ ਸਾਡੀ ਨੀਅਰੈਸਟ ਆਈ ਦੀ ਸਾਈਡਡਨੈਸ ਹੁੰਦੀ ਉਹ ਕਿੰਨੀ ਹੁੰਦੀ ਆ, 25 ਸੈਂਟੀਮੀਟਰ। ਇਸ ਕਰਕੇ ਆਪਾਂ ਆਹ ਡਿਸਟੈਂਸ ਕਿੰਨੀ ਲੈ ਲਈ, 25 ਸੈਂਟੀਮੀਟਰ। ਸੋ ਜਿੱਦਾਂ ਹੀ ਤੁਹਾਡੇ ਲੈਂਸ ਦੇ ਉੱਪਰ ਰੇਜ਼ ਆਫ ਲਾਈਟ ਪੈਂਦੀਆਂ ਬੱਚੇ, ਤਾਂ ਸਾਰੀ ਦੀ ਸਾਰੀ ਜਿਹੜੀ ਰੇਜ਼ ਆਫ ਲਾਈਟ ਆ ਉਹ ਰੈਟੀਨਾ ਤੋਂ ਵੀ ਪਿੱਛੇ ਚੱਲ ਜਾਂਦੀਆਂ। ਸੋ ਇਹਦਾ ਮਤਲਬ ਤੁਹਾਨੂੰ ਨੇੜੇ ਵਾਲੀ ਚੀਜ਼ ਪਈ ਹੋਈ ਧੁੰਦਲੀ ਦਿਖਾਈ ਦੇਊਗੀ। ਸੋ ਸਾਨੂੰ ਇੱਕ ਇੱਦਾਂ ਦੀ ਲੈਂਸ ਦੀ ਜ਼ਰੂਰਤ ਆ ਜਿਹੜਾ ਰੇਜ਼ ਆਫ ਲਾਈਟ ਨੂੰ ਕਨਵਰਜ ਕਰ ਸਕੇ, ਠੀਕ ਹੈ, ਇਕੱਠਾ ਕਰਕੇ ਉਹਨੂੰ ਰੈਟੀਨਾ ਦੇ ਬਿਲਕੁਲ ਉੱਪਰ ਬਣਾ ਸਕੇ। ਕਿਉਂਕਿ ਰੇਜ਼ ਆਫ ਲਾਈਟ ਬੱਚੇ ਅਸੀਂ ਕਨਵਰਜ ਕਰਨੀ ਆ ਤਾਂ ਕਨਵਰਜਿੰਗ ਲੈਂਸ ਲਵਾਂਗੇ। ਕਨਵਰਜਿੰਗ ਲੈਂਸ ਕਿਹੜਾ ਹੁੰਦਾ, ਕਨਵੈਕਸ ਲੈਂਸ। ਸੋ ਅਸੀਂ ਇੱਕ ਹੋਰ ਕਨਵੈਕਸ ਲੈਂਸ ਅੱਗੇ ਲਿੱਤਾ ਔਰ ਰੇਜ਼ ਆਫ ਲਾਈਟ ਨੂੰ ਉਹਨੇ ਇਕੱਠਾ ਕਰ ਦਿੱਤਾ। ਜਿੱਦਾਂ ਇਕੱਠਾ ਕਰੇਗਾ, ਦੂਰ ਬਣਨ ਦੀ ਬਜਾਏ ਤੁਹਾਡੀ ਇਮੇਜ ਜਿਹੜੀ ਆ ਰੈਟੀਨਾ ਦੇ ਬਿਲਕੁਲ ਉੱਪਰ ਬਣ ਜਾਏਗੀ। ਕਲੀਅਰ ਹੋ ਗਈ ਬੱਚੀ ਆ ਚੀਜ਼। ਸੋ ਇਹਦੀਆਂ ਡਾਇਗਰਾਮਸ ਆ, ਤੁਸੀਂ ਫਸਟ ਐਂਡ ਥਰਡ ਡਾਇਗਰਾਮ ਦੋਨੋਂ ਹੀ ਬਣਾ ਸਕਦੇ ਆ। ਅਗਰ ਆ ਨਹੀਂ ਬਣਾਉਣਾ ਚਾਹੁੰਦੇ ਤਾਂ ਛੱਡ ਵੀ ਸਕਦੇ ਆ ਬੱਚੇ। ਡਾਇਗਰਾਮਸ ਦੇ ਨਾਲ ਹੀ ਤੁਹਾਨੂੰ ਐਕਸਪਲੇਨ ਕਰਨਾ ਪਏਗਾ ਵਿਚ ਇਜ਼ ਮੋਸਟ ਇੰਪੋਰਟੈਂਟ। ਸੋ ਧਿਆਨ ਨਾਲ ਬੱਚੇ ਆਪਣੇ ਡਿਫੈਕਟ ਜਿਹੜੇ ਆ ਧਿਆਨ ਨਾਲ ਕਲੀਅਰ ਕਰਨੇ ਆ, ਠੀਕ ਹੈ। ਸੋ ਅੱਜ ਦਾ ਲਾਸਟ ਡਿਫੈਕਟ ਆ ਪ੍ਰੈਸ ਬਾਇਓਪੀਆ ਔਰ ਓਲਡ ਏਜ ਲੌਂਗ ਸਾਈਡਡਨੈਸ। ਇਹਦਾ ਮਤਲਬ
ਪ੍ਰੈਸਬਾਈਓਪੀਆ ਜਿਹੜੀ ਪ੍ਰੋਬਲਮ ਆ ਬੱਚੇ ਇਹ ਬਜ਼ੁਰਗਾਂ ਦੇ ਵਿੱਚ ਆਉਂਦੀ ਆ। ਜਦੋਂ ਏਜ ਹੋ ਜਾਂਦੀ ਆ ਇੱਕ ਪਰਟੀਕੂਲਰ ਏਜ ਦੇ ਉੱਪਰ ਜਾ ਕੇ ਜਿਹੜੇ ਆਈਜ਼ ਦੇ ਮਸਲ ਆ, ਸਾਡੀ ਅੱਖ ਦੇ ਮਸਲ ਆ, ਉਹ ਕੰਮ ਕਰਨਾ ਬੰਦ ਕਰ ਦਿੰਦੇ ਆ, ਠੀਕ ਹੈ, ਘੱਟ ਕੰਮ ਕਰਦੇ ਆ। ਸੋ ਉਹਦੀ ਵਜ੍ਹਾ ਨਾਲ ਸਾਡੀ ਅੱਖ ਦੇ ਵਿੱਚ ਜੋ ਪ੍ਰੋਬਲਮਸ ਆਉਂਦੀਆਂ ਉਹਨੂੰ ਪ੍ਰੈਸਬਾਈਓਪੀਆ ਬੋਲਿਆ ਜਾਂਦਾ ਹੈ। ਸੋ ਪ੍ਰੈਸਬਾਈਓਪੀਆ ਇਜ਼ ਅ ਨੈਚੁਰਲ ਡਿਫੈਕਟ ਦੈਟ ਅਕਰ ਵਿਦ ਏਜ, ਠੀਕ ਹੈ। ਪ੍ਰੈਸਬਾਈਓਪੀਆ ਕਦੋਂ ਹੋਏਗਾ? ਇੱਕ ਪਰਟੀਕੂਲਰ ਏਜ ਦੇ ਨਾਲ। ਹੁੰਦਾ ਕੀ ਆ ਬੱਚੇ ਇਹਦੇ ਵਿੱਚ? ਸਲੇਰੀ ਮਸਲ ਬਿਕਮ ਵੀਕਰ। ਤੁਹਾਡੇ ਜਿਹੜੇ ਸਲੇਰੀ ਮਸਲਸ ਆ ਉਹ ਵਾਲੇ ਮਸਲ ਜਿਹੜੇ ਲੈਂਸ ਨੂੰ ਫੜ ਕੇ ਰੱਖਦੇ ਆ, ਠੀਕ ਹੈ, ਉਹ ਕੀ ਹੋ ਜਾਂਦੇ? ਕਮਜ਼ੋਰ ਹੋ ਜਾਂਦੇ ਆ। ਐਂਡ ਨੋ ਲੋਂਗਰ ਏਬਲ ਟੂ ਐਡਜਸਟ ਦ ਆਈ ਲੈਂਸ। ਸੋ ਜਿਹੜੀ ਲੈਂਸ ਨੂੰ ਆਪਣੀ ਆਪ ਉਹਦੀ ਫੋਕਲ ਲੈਂਥ ਘਟਾਉਣ ਜਾਂ ਵਧਾਉਣ ਦੇ ਵਿੱਚ ਅਨਏਬਲ ਹੋ ਜਾਂਦਾ, ਸੋ ਉਹਨੂੰ ਐਡਜਸਟ ਨਹੀਂ ਕਰ ਪਾਉਂਦਾ। ਦ ਆਈ ਮਸਲ ਬਿਕਮ ਸੋ ਵੀਕਰ ਦੈਟ ਨੋ ਲੋਂਗਰ ਕੈਨ ਪਰਸਨ ਸੀ ਨੀਅਰ ਆਬਜੈਕਟ ਕਲੀਅਰਲੀ। ਸੋ ਇੰਨੇ ਜ਼ਿਆਦਾ ਕਮਜ਼ੋਰ ਹੋ ਜਾਂਦੇ ਆ ਮਸਲ ਕਿ ਤੁਹਾਨੂੰ ਨੇੜੇ ਵਾਲੀ ਚੀਜ਼ ਦੇਖਣ ਦੇ ਵਿੱਚ ਪ੍ਰੋਬਲਮ ਆਉਂਦੀ ਆ, ਠੀਕ ਹੈ। ਬੁੱਕ ਪੜ੍ਹਨ ਦੇ ਵਿੱਚ ਜਾਂ ਅਖਬਾਰ ਪੜ੍ਹਨ ਦੇ ਵਿੱਚ, ਸਾਡੇ ਉਹ ਵਾਲੇ ਬਜ਼ੁਰਗ ਜਿਨ੍ਹਾਂ ਨੂੰ ਅਖਬਾਰ ਪੜ੍ਹਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਜਾਂ ਨੇੜੇ ਵਾਲੀ ਚੀਜ਼ਾਂ ਦੇਖਣ 'ਚ ਪ੍ਰੋਬਲਮ ਆ ਰਹੀ ਆ, ਜਾਂ ਸਾਡੀ ਉਹ ਕਹਿ ਲਓ ਵੀ ਦਾਦੀਆਂ ਨਾਨੀਆਂ ਜਿਨ੍ਹਾਂ ਦੇ ਨੂੰ ਕਹਿ ਲਓ ਦਾਲ ਚੁਗਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਸੋ ਉਹਨਾਂ ਨੂੰ ਨੇੜੇ ਵਾਲੀਆਂ ਚੀਜ਼ਾਂ ਜਿਹੜੀਆਂ ਕਲੀਅਰ ਦਿਖਾਈ ਨਹੀਂ ਦਿੰਦੀਆਂ। ਦ ਨੀਅਰ ਪੁਆਇੰਟ ਆਫ ਦ ਪਰਸਨ ਵਿਦ ਪ੍ਰੈਸਬਾਈਓਪੀਆ ਇਜ਼ ਮੋਰ ਦੈਨ 25%, 25 ਸੈਂਟੀਮੀਟਰ। ਸੋ 25 ਸੈਂਟੀਮੀਟਰ ਤੋਂ ਜ਼ਿਆਦਾ ਉਹਨਾਂ ਦੀ ਨੇੜੇ ਵਾਲਾ ਪੁਆਇੰਟ ਹੋ ਜਾਂਦਾ, ਕਿਉਂਕਿ 25 ਸੈਂਟੀਮੀਟਰ 'ਤੇ ਵੀ ਉਹਨਾਂ ਨੂੰ ਕਲੀਅਰ ਦਿਖਾਈ ਨਹੀਂ ਦਿੰਦਾ। ਸੋ ਇਹਦੇ ਬੱਚੇ ਕਾਰਨ ਕੀ ਆ, ਕਿਉਂ ਜਿਹੜੇ ਬਜ਼ੁਰਗਾਂ ਨੂੰ ਆ ਉਹ ਇਹ ਪ੍ਰੋਬਲਮ ਆਉਂਦੀ ਆ। ਸੋ ਅਸੀਂ ਰੀਜ਼ਨ ਪੜ੍ਹਨਾ ਆ। ਦਿਸ ਰਾਈਜ਼ ਟੂ ਦ ਗ੍ਰੈਜੂਅਲੀ ਵੀਕਨਿੰਗ ਆਫ ਸਲੇਰੀ ਮਸਲਸ। ਪਹਿਲੀ ਗੱਲ ਤਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੇ ਵਿੱਚ ਸਲੇਰੀ ਮਸਲਸ ਹੁੰਦੇ ਜਿਹੜੇ ਲੈਂਸ ਨੂੰ ਫੜ ਕੇ ਰੱਖਦੇ ਆ ਉਹ ਕਮਜ਼ੋਰ ਹੋ ਜਾਂਦੇ ਆ। ਨੰਬਰ 2, ਇਟ ਅਕਰਸ ਡਿਊ ਟੂ ਰਿਡਕਸ਼ਨ ਆਫ ਫਲੈਕਸੀਬਿਲਿਟੀ ਆਫ ਆਈ ਲੈਂਸ। ਜਿਹੜਾ ਆਈ ਲੈਂਸ ਦੀ ਫਲੈਕਸੀਬਿਲਿਟੀ ਆ ਉਹ ਘੱਟ ਜਾਂਦੀ ਆ। ਜਦੋਂ ਤੱਕ ਬੱਚੇ ਅਡਲਟ ਆ, ਜਵਾਨ ਆ ਬੰਦਾ, ਉਦੋਂ ਤੱਕ ਜਿਹੜੇ ਉਹਦੇ ਲੈਂਸ ਆ ਉਹ ਫਲੈਕਸੀਬਲ ਹੁੰਦੇ ਆ, ਈਜ਼ੀਲੀ ਮੂਵ ਕਰ ਜਾਂਦੇ ਆ। ਈਜ਼ੀਲੀ ਜਦੋਂ ਉਹਨਾਂ ਨੂੰ ਫੋਕਲ ਲੈਂਥ ਚੇਂਜ ਕਰਨੀ ਹੁੰਦੀ ਆ ਤਾਂ ਈਜ਼ੀਲੀ ਮੂਵ ਕਰਦੇ ਆ। ਜਦੋਂ ਬਜ਼ੁਰਗ ਹੋ ਜਾਂਦੀ ਆ ਤਾਂ ਉਹਨਾਂ ਦੀ ਆਈਜ਼ ਦੀ ਜਿਹੜੀ ਆਈ ਲੈਂਸ ਦੀ ਫਲੈਕਸੀਬਿਲਿਟੀ ਆ ਉਹ ਘੱਟ ਜਾਂਦੀ ਆ, ਠੀਕ ਹੈ। ਸੋ ਇਹਨੂੰ ਵੀ ਦੂਰ ਕਰਨ ਦੇ ਲਈ ਅਸੀਂ ਕਿਹੜਾ ਲੈਂਸ ਯੂਜ਼ ਕਰਦੇ ਹਾਂ? ਕਨਵੈਕਸ ਲੈਂਸ। ਕਲੀਅਰ ਹੋ ਗਿਆ? ਸੋ ਬੱਚੇ ਇਸ ਤਰ੍ਹਾਂ ਦੀ ਡਾਇਗਰਾਮ ਆ, ਸੇਮ ਟੂ ਸੇਮ ਡਾਇਗਰਾਮ ਜਿੱਦਾਂ ਅਸੀਂ ਪਹਿਲਾਂ ਬਣਾਈ ਸੀ। ਕਿ ਕੀ ਹੁੰਦਾ ਆ, ਤੁਹਾਡਾ ਲੈਂਸ ਤੋਂ ਪਿੱਛੇ ਵਾਲੀ ਸਾਈਡ 'ਤੇ ਜਿਹੜਾ ਆ ਰੈਟੀਨਾ ਤੋਂ ਪਿੱਛੇ ਵਾਲੀ ਸਾਈਡ 'ਤੇ ਜਾ ਕੇ ਇਮੇਜ ਬਣਦੀ ਆ, ਠੀਕ ਹੈ। ਅਸੀਂ ਕੀ ਕਰਾਂਗੇ? ਇੱਦਾਂ ਦਾ ਲੈਂਸ ਲਿੱਤਾ ਜਿਹੜਾ ਰੇਜ਼ ਆਫ ਲਾਈਟ ਨੂੰ ਕਨਵਰਜ ਕਰਕੇ ਉਹਨੂੰ ਰੈਟੀਨਾ ਦੇ ਉੱਪਰ ਲੈ ਆਵੇ। ਕਨਵਰਜ ਕਰਨ ਦੇ ਲਈ ਸਾਨੂੰ ਕਿਹੜਾ ਲੈਂਸ ਚਾਹੀਦਾ? ਕਨਵਰਜਿੰਗ ਲੈਂਸ। ਸੋ ਅਸੀਂ ਕਿਹੜਾ ਲੈਂਸ ਯੂਜ਼ ਕਰਾਂਗੇ? ਕਨਵਰਜਿੰਗ ਲੈਂਸ। ਕਨਵੈਕਸ ਲੈਂਸ ਯੂਜ਼ ਕੀਤਾ ਔਰ ਰੈਟੀਨਾ ਦੇ ਬਿਲਕੁਲ ਉੱਪਰ ਤੁਹਾਡੀ ਡਾਇਗਰਾਮ ਬਣ ਜਾਏਗੀ। ਸੋ ਬੱਚੇ 10th ਦੀ ਕਲਾਸ ਦੇ ਵਿੱਚ ਜਿਹੜੀ ਆ ਇਹ ਵਾਲੀਆਂ ਡਾਇਗਰਾਮ ਨਹੀਂ ਹੈ, ਇਸ ਕਰਕੇ ਮੈਂ ਛੋਟੀ ਜਿਹੀ ਡਾਇਗਰਾਮ ਬਣਾ ਕੇ ਹੀ ਐਕਸਪਲੇਨ ਕਰ ਦਿੱਤਾ। +2 ਦੇ ਵਿੱਚ ਤੁਹਾਨੂੰ ਇਹ ਸਾਰੀ ਡਾਇਗਰਾਮ ਡਰਾ ਕਰਨੀ ਪਏਗੀ ਪ੍ਰੋਪਰ ਵੇ ਨਾਲ, ਇਸ ਕਰਕੇ ਛੋਟੀ ਬਣਾਤੀ ਬੱਚੇ। ਆ ਸੇਮ ਡਾਇਗਰਾਮ ਆ ਇਹੀ ਵਾਲੀ, ਠੀਕ ਆ। ਜੋ ਆਹ ਵਾਲੀ ਡਾਇਗਰਾਮ ਆ ਬੱਚੇ ਹਾਈਪਰਮੈਟਰੋਪੀਆ ਦੀ, ਸੇਮ ਟੂ ਸੇਮ ਡਾਇਗਰਾਮ ਹੀ ਬਣੇਗੀ ਤੁਹਾਡੀ ਪ੍ਰੈਸਬਾਈਓਪੀਆ ਦੇ ਵਿੱਚ, ਸੇਮ, ਠੀਕ ਆ। ਸੋ ਇਹ ਵਾਲੀ ਡਾਇਗਰਾਮ ਬੱਚੇ ਕਲੀਅਰਲੀ ਬਣਾਉਣੀ 10th ਕਲਾਸ ਨੇ ਵੀ ਤੁਸੀਂ ਬਣਾਉਣੀ ਆ, ਤਾਂ ਜੋ ਐਕਸਟਰਨਲ ਦੇ ਉੱਪਰ ਇਫੈਕਟ ਕਹਿ ਲਓ ਵੀ ਤੁਹਾਡਾ ਵਧੀਆ ਪਵੇ, ਕਿ ਐਕਸਪ੍ਰੈਸ਼ਨ ਤੁਹਾਡੀ ਹਰ ਇੱਕ ਚੀਜ਼ ਜਿਹੜੀ ਆ ਤੁਸੀਂ ਲਿਖੀ ਹੋਈ ਹੋਵੇ, ਹਰ ਇੱਕ ਚੀਜ਼ ਜਿਹੜੀ ਆ ਵੈਲ ਐਕਸਪਲੇਨਡ ਹੋਵੇ। ਸੋ ਡਾਇਗਰਾਮ ਜ਼ਰੂਰ ਬਣਾ ਕੇ ਆਉਣਾ, ਠੀਕ ਹੈ। ਸੋ ਇਹ ਬੱਚੇ ਸਾਡੇ ਅੱਜ ਦਾ ਲਾਸਟ ਟੌਪਿਕ ਸੀ। ਸੋ ਕਿਸੇ ਵੀ ਟੌਪਿਕ ਦੇ ਵਿੱਚ ਜਾਂ ਡਾਇਗਰਾਮ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।